ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਪੰਜਵਾ। ਗੁਰ ਨਾਨਕ ਹਰ ਨਾਮ ਦ੍ਰਿੜਾਇਆ, ਭੰਨਨ ਭੰਨਣ ਘੜਨ ਸਮਰੱਥ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁਖ ਸਵਾਇਆ ਲੱਥ। ਮਹਿਲਾ ਪੰਜਵਾ। ਖੁਦਿਆਵੰਤ ਨਾ ਜਾਣਈ, ਲਾਜ ਕੁਲਾਜ ਕਬੂਲ। ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ ਪੌੜੀ। ਜੇ ਵੇਹ ਕਰਮ ਕਮਾਵੰਦਾ, ਤਵੇਹ ਫਲ ਤੇ। ਚੱਬੇ ਤੱਤਾ ਲੋ ਸਾਰ, ਵਿੱਚ ਸੰਗੈ ਪਲ ਤੇ। ਚੱਬੈ ਤੱਤਾ ਲੋ ਸਾਰ, ਵਿੱਚ ਸੰਗੈ ਪਲ ਤੇ। ਘਤ ਗਲਾਵਾਂ ਚਾਲਿਆ, ਤਿਨ ਦੂਤ ਅਮਲ ਤੇ। ਕਾਈ ਆਸ ਨਾ ਪੁੰਨੀਆਂ ਨਿਤ, ਪਰ ਮਲ ਹਿਰਦੇ। ਕੀਆ ਨਾ ਜਾਣੈ ਕਿਰਤ ਘਣ, ਵਿੱਚ ਜੋਨੀ ਫਿਰਤੇ। ਸਭੇ ਧਿਰਾਂ ਨਿਕੁਠਿਆਸ, ਸਭੇ ਧਿਰਾਂ ਨਿਕੁਠਿਆਸ। ਹਿਰ ਲਈਅਸ ਧਰਤੇ, ਬਿਜਣ ਕਲੈ ਨਾ ਦੇਵ ਦਾ। ਤਾਂ ਲਿਆ ਕਰਤੇ, ਜੋ ਜੋ ਕਰਤੇ ਅਮਿਓ। ਝੜ ਧਰਤੀ ਪੜਤੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਵਡਭਾਗੇ ਹਾਂ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 317। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸੱਜ ਕੇ ਜੁੜ ਕੇ ਬੈਠੀ ਹੈ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕਾਂ ਰਾਹੀਂ ਸੁਨੇਹਾ ਦੇ ਰਹੇ ਨੇ।
ਉਪਦੇਸ਼ ਕਰ ਰਹੇ ਨੇ ਮਾਨਵਤਾ ਨੂੰ। ਸ਼ਲੋਕ ਮਹੱਲਾ ਪੰਜਵਾ। ਗੁਰ ਨਾਨਕ ਹਰ ਨਾਮ ਦ੍ਰਿੜਾਇਆ, ਭੰਨਣ ਘੜਨ ਸਮਰੱਥ, ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁੱਖ ਸਵਾਇਆ ਲੱਥ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਕਹਿ ਰਹੇ ਨੇ, ਹੇ ਨਾਨਕ, ਜੋ ਪ੍ਰਮਾਤਮਾ ਵਾਹਿਗੁਰੂ ਸਰੀਰ ਨੂੰ ਸਹਿਜੇ ਹੀ ਢਾਹ ਤੇ ਬਣਾਉਣ ਵਾਲਾ ਹੈ। ਸਤਿਗੁਰੂ ਨੇ ਉਸ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਪੱਕਾ ਪਰੋ ਦਿੱਤਾ ਹੈ। ਸਾਡਾ ਦੁੱਖ ਦੂਰ ਹੋ ਗਿਆ। ਹੇ ਮਿੱਤਰ, ਜੇ ਤੂੰ ਪ੍ਰਭੂ ਨੂੰ ਸਦਾ ਯਾਦ ਕਰੇ, ਰੱਬ ਨੂੰ ਸਦਾ ਯਾਦ ਕਰੇ, ਤਾਂ ਤੇਰਾ ਸਭ ਦੁੱਖ ਲੈ ਜਾਏਗਾ, ਮੁੱਕ ਜਾਏਗਾ। ਇਹ ਅਖਰੀ ਅਰਥ ਨੇ ਜੀ। ਸਤਿਗੁਰੂ ਮਹਾਰਾਜ ਇੱਕ ਇੱਥੇ ਵਿਚਾਰ ਦੇ ਰਹੇ ਨੇ ਜੀ। ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਨੇ, ਹੇ ਨਾਨਕ, ਗੁਰੂ ਨੇ ਨਾਮ ਪੱਕਾ ਕਰ ਦਿੱਤਾ। ਕਿਹਦੇ ਅੰਦਰ? ਸਰੀਰ ਦੇ ਅੰਦਰ, ਹਿਰਦੇ ਦੇ ਅੰਦਰ। ਸਤਿਗੁਰਾਂ ਨੇ ਉਹ ਹਿਰਦੇ ਅੰਦਰ ਨਾਮ ਪੱਕਾ ਕਰ ਦਿੱਤਾ। ਭੰਨਣ ਘੜਨ ਸਮਰੱਥ, ਜੋ ਸਾਨੂੰ ਸਮਰੱਥ ਬਣਾਉਣ ਵਾਲਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਉਹਨੇ ਸਹਿਜੇ ਹੀ, ਉਹ ਮਾਲਕ ਵਾਹਿਗੁਰੂ ਢਾਉਣ ਵਾਲਾ ਵੀ ਉਹ ਅਤੇ ਬਣਾਉਣ ਵਾਲਾ ਵੀ ਉਹ। ਇਹ ਕਹਿ ਲਈਏ ਜਨਮ ਦੇਣ ਵਾਲਾ ਵੀ ਉਹ ਹੈ ਅਤੇ ਸੰਸਾਰ ਤੋਂ ਸੱਦਾ ਦੇਣ ਵਾਲਾ ਵੀ ਉਹ ਹੈ। ਸੰਸਾਰ ਦੇ ਭੇਜਦਾ, ਜਦੋਂ ਸੰਸਾਰ ਵਿੱਚੋਂ, ਦੁਨੀਆ ਵਿੱਚੋਂ ਬੁਲਾਉਣ ਵਾਲਾ ਵੀ ਉਹੀ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਸਤਿਗੁਰੂ ਮਹਾਰਾਜ ਕਹਿੰਦੇ, ਭੰਨਣ ਘੜਨ ਸਮਰੱਥ, ਪ੍ਰਭ ਸਦਾ ਸੰਭਾਲੈ ਮਿੱਤਰ ਤੂੰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਉਹ ਮਾਲਕ ਵਾਹਿਗੁਰੂ ਸਾਡਾ ਮਿੱਤਰ ਹੈ, ਜੋ ਸਾਨੂੰ ਸੰਭਾਲਦਾ ਹੈ। ਉਸ ਮਿੱਤਰ ਨੂੰ ਜ਼ਿੰਦਗੀ ਦੇ ਵਿੱਚੋਂ ਕਦੇ ਭੁਲਾਈ ਨਾ, ਵਿਸਾਰੀ ਨਾ। ਪਾਤਸ਼ਾਹ ਜੀ ਕਹਿ ਰਹੇ ਨੇ, ਦੁੱਖ ਸਵਾਇਆ ਲੱਥ, ਜਿਹੜਾ ਤੇਰੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ, ਜਿਹੜਾ ਉਹ ਮਿੱਤਰ ਵਾਹਿਗੁਰੂ ਤੇਰੇ ਸਾਰੇ ਦੁੱਖ ਲਾ ਦਿੰਦਾ ਹੈ, ਉਸ ਮਾਲਕ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਜ਼ਿੰਦਗੀ ਵਿੱਚ ਪੱਕਾ ਕਰਕੇ ਰੱਖ। ਇੱਥੇ ਮਹਾਰਾਜ ਨੇ ਪਹਿਲੇ ਸ਼ਲੋਕ ਅੰਦਰ ਜਿਹੜੀ ਗੱਲ ਕੀਤੀ ਹੈ ਜੀ, ਸਤਿਗੁਰੂ ਮਹਾਰਾਜ ਨੇ ਸ਼ਲੋਕ ਦੇ ਅੰਦਰ ਜਿਹੜੀ ਸਾਡੇ ਸਾਹਮਣੇ ਵਿਚਾਰ ਰੱਖੀ ਹੈ, ਉਹ ਹੈ ਨਾਮ ਪੱਕਾ ਕਰਨਾ। ਮੈਂ ਅਕਸਰ ਬੇਨਤੀ ਕਰਦਾ ਜੀ, ਗੁਰਬਾਣੀ ਵਿੱਚੋਂ ਮਿਲਿਆ ਨਾਮ, ਗੁਰਬਾਣੀ ਵਿੱਚੋਂ ਮਿਲਿਆ ਗਿਆਨ, ਕੋਈ ਕੰਨ ਵਾਲਾ ਮੰਤਰ ਨਹੀਂ ਵੀ ਇਹਨੂੰ ਕੰਨ ਦੇ ਰਾਹੀਂ ਸੁਣਨਾ ਪਵੇਗਾ ਜਾਂ ਕੰਨ ਵਿੱਚ ਗੁਪਤ ਤੌਰ ਤੇ ਮੰਤਰ ਦੇਣਾ ਪਵੇਗਾ, ਫਿਰ ਨਾਮ ਹਿਰਦੇ ਵਿੱਚ ਆਵੇਗਾ। ਪਾਤਸ਼ਾਹ ਜੀ ਤਾਂ ਬਾਣੀ ਅੰਦਰ ਇਹ ਕਹਿੰਦੇ ਨੇ, ਜਦੋਂ ਅਸੀਂ ਪਾਵਨ ਪਵਿੱਤਰ ਬਾਣੀ ਪੜ੍ਹਦੇ ਵਿਚਾਰਦੇ ਹਾਂ ਨਾ, ਮਹਾਰਾਜ ਕਹਿੰਦੇ, ਉੱਠਦੇ ਆ, ਬਹਿੰਦੇ ਆ, ਸੌਂਦੇ, ਹਰ ਵੇਲੇ ਨਾਮ ਧਿਆ। ਨਾਮ ਦੇ ਅੰਦਰ, ਵਾਹਿਗੁਰੂ ਦੇ ਨਾਮ ਅੰਦਰ ਆਪਣੇ ਚਿੱਤ ਨੂੰ ਜੋੜ, ਆਪਣੇ ਹਿਰਦੇ ਅੰਦਰ ਨਾਮ ਨੂੰ ਪੱਕਾ ਕਰਕੇ ਰੱਖ। ਜੋ ਸਭ ਕੁਝ ਬਣਾਉਣ ਵਾਲਾ ਹੈ, ਸਭ ਕੁਝ ਤੈਨੂੰ ਕਰਨ ਵਾਲਾ ਹੈ, ਘੜਨ ਵਾਲਾ ਵੀ ਉਹੀ ਹੈ, ਬਣਾਉਣ ਵਾਲਾ ਵੀ ਉਹੀ ਹੈ। ਪਾਤਸ਼ਾਹ ਜੀ ਕਹਿੰਦੇ, ਅਤੇ ਦੁੱਖ ਇਹਦੇ ਨਾਲ ਲੱਥ ਜਾਂਦਾ। ਅੱਗੇ ਅਗਲਾ ਸ਼ਲੋਕ ਹੈ ਜਿਹੜਾ, ਅਗਲੇ ਸ਼ਲੋਕ ਅੰਦਰ ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਨੇ ਜੀ। ਮਹੱਲਾ ਪੰਜਵਾ। ਖੁਦਿਆ ਬੰਤ ਨਾ ਜਾਣਈ, ਲਾਜ ਕੁਲਾਜ ਕਬੋਲ। ਖੁਦਿਆ ਬੰਤ ਹੁੰਦਾ ਜੀ ਭੁੱਖਾ। ਪਾਤਸ਼ਾਹ ਜੀ ਕਹਿੰਦੇ, ਜਿਵੇਂ ਭੁੱਖੇ ਮਨੁੱਖ ਨੂੰ ਆਦਰ ਦੇ ਬਚਨ ਜਾਂ ਨਿਰਾਦਰ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ। ਇੱਕ ਉਦਾਹਰਨ ਮਹਾਰਾਜ ਨੇ ਬਾਣੀ ਅੰਦਰ ਵੀ ਵਰਤੀ ਹੈ ਜੀ। ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਕੋਲੋਂ ਮੰਗਦੇ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਦੁਨਿਆਵੀ ਤੌਰ ਤੇ ਜੇ ਤੁਸੀਂ ਭਿਖਾਰੀ ਦੀ ਗੱਲ ਕਰੋਗੇ ਨਾ, ਜਿਹੜਾ ਮੰਗਦਾ ਹੁੰਦਾ ਹੈ, ਜਿਹਨੂੰ ਮੰਗਤਾ ਕਿਹਾ ਜਾਂਦਾ ਹੈ,
ਉਹ ਗਲੀਆਂ ਦੇ ਵਿੱਚੋਂ ਘਰ ਘਰ ਜਾ ਕੇ ਮੰਗਦਾ ਹੈ। ਨਾ ਉਹਨੂੰ ਲਾਜ ਦੀ ਹੈ ਨਾ ਕੁਲਾਜ ਦੀ ਹੈ, ਨਾ ਉਹਨੂੰ ਕੋਈ ਇਹ ਹੈ ਵੀ ਮੈਨੂੰ ਕੋਈ ਆਦਰ ਦੇਵੇਗਾ, ਨਾ ਉਹਨੂੰ ਕੋਈ ਇਹ ਹੈ ਵੀ ਮੇਰੀ ਕੋਈ ਬੇਇੱਜ਼ਤੀ ਕਰੇਗਾ। ਉਹਦਾ ਕੰਮ ਮੰਗਣਾ ਹੋ ਗਿਆ। ਭਾਵੇਂ ਉਹਨੂੰ ਕੋਈ ਗਲੀ ਦੇ ਕੁੱਤੇ ਭੌਂਕਦੇ ਨੇ, ਕਿੰਨਾ ਕੁਝ ਉਹਨੂੰ ਸੁਣਨਾ ਪੈਂਦਾ, ਪਰ ਉਹ ਆਪਣੇ ਕੰਮ 'ਤੇ ਧਿਆਨ ਰੱਖਦਾ। ਉਹਦਾ ਕੰਮ ਮੰਗਣਾ ਮੰਗੀ ਜਾਂਦਾ, ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਸਤਿਗੁਰ ਮਹਾਰਾਜ ਕਹਿੰਦੇ ਜਿਹੜਾ ਭੁੱਖਾ ਵਿਅਕਤੀ ਹੁੰਦਾ ਨਾ, ਭੁੱਖੇ ਵਿਅਕਤੀ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੁੰਦੀ ਹੈ, ਨਾ ਉਹਨੂੰ ਲਾਜ ਦਾ ਨਾ ਕੁਲਾਜ ਦਾ। ਪਾਤਸ਼ਾਹ ਜੀ ਨੇ ਇੱਥੇ ਬਚਨ ਵਰਤਿਆ, ਖੁਦਿਆ ਬੰਤ ਨਾ ਜਾਣਈ ਲਾਜ ਕੁਲਾਜ ਕਬੋਲ। ਕਬੋਲ ਦਾ ਅਰਥ ਆ ਭੈੜੇ ਬੋਲ। ਅਕਸਰ ਭੈੜੇ ਬੋਲ ਬੋਲੇ ਜਾਂਦੇ ਨੇ ਜੀ ਮੰਗਤੇ ਨੂੰ। ਮੰਗਤੇ ਵੀ ਦੁਨੀਆ ਦੇ ਅੰਦਰ ਬਹੁਤ ਪ੍ਰਕਾਰ ਦੇ ਨੇ, ਭਿਖਾਰੀ ਵੀ ਦੁਨੀਆ ਅੰਦਰ ਬਹੁਤ ਪ੍ਰਕਾਰ ਦੇ ਨੇ। ਇੱਕ ਤਾਂ ਜੋ ਸੱਚਮੁੱਚ ਲੋੜਵੰਦ ਹੈ, ਆਪਾਂ ਨੂੰ ਪਤਾ ਹੈ ਵੀ ਸੱਚਮੁੱਚ ਇਹ ਬੰਦਾ ਲੋੜਵੰਦ ਹੈ, ਇਹਨੂੰ ਇਹ ਪਦਾਰਥ ਦੀ ਚੀਜ਼ ਦੀ ਲੋੜ ਆ, ਵੀ ਚਲੋ ਆਪਾਂ ਦੇ ਦਿੰਦੇ ਹਾਂ। ਇੱਕ ਉਹ ਲੋਕ ਨੇ ਜਿਹੜੇ ਹੱਠੇ ਕੱਟੇ, ਸਭ ਕੁਝ ਉਹਨਾਂ ਦੇ ਘਰ ਹੈ, ਸਰੀਰ ਹੈ, ਤੁਰਿਆ ਫਿਰਦਾ ਵਧੀਆ ਸਰੀਰ, ਪਰ ਉਹ ਵੀ ਲੋਕ ਮੰਗਦੇ ਨੇ, ਉਹਨਾਂ ਨੂੰ ਆਦਤ ਪੈ ਚੁੱਕੀ ਹੈ। ਇਹੋ ਜਿਹੇ ਲੋਕਾਂ ਤੋਂ ਗੁਰੇਜ਼ ਵੀ ਸਾਨੂੰ ਕਰਨਾ ਚਾਹੀਦਾ ਹੈ। ਇੱਥੇ ਮਹਾਰਾਜ ਨੇ ਇੱਕ ਭੁੱਖੇ ਦੀ ਗੱਲ ਕੀਤੀ ਹੈ। ਭੁੱਖਾ, ਜਦੋਂ ਪਾਤਸ਼ਾਹ ਜੀ ਕਹਿ ਰਹੇ ਨੇ ਭੁੱਖਾ ਮਨੁੱਖ, ਨਾ ਤਾਂ ਉਹਨੂੰ ਆਦਰ ਦੀ ਲੋੜ ਹੈ, ਨਾ ਉਹਨੂੰ ਇਹ ਹੈ ਵੀ ਉਹਦੀ ਕੋਈ ਬੇਇੱਜ਼ਤੀ ਕਰਦਾ, ਇਸ ਗੱਲ ਦੀ ਉਹ ਪਰਵਾਹ ਨਹੀਂ ਕਰਦਾ। ਉਹਦਾ ਸਵਾਲ ਇੱਕੋ ਬਣ ਜਾਂਦਾ, ਬਸ ਰੋਟੀ, ਪੇਟ ਦੀ ਪੂਰਤੀ। ਪਾਤਸ਼ਾਹ ਜੀ ਇੱਥੇ ਇੱਕ ਉਦਾਹਰਨ ਵਰਤ ਕੇ ਇੱਕ ਅਲੰਕਾਰ ਦੇ ਵਿੱਚ ਅੱਗੇ ਜਿਹੜੀ ਗੱਲ ਤੋਰ ਰਹੇ ਨੇ ਨਾ ਸਾਡੇ ਸਾਹਮਣੇ, ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ। ਸੰਜੋਗ ਦਾ ਅਰਥ ਹੁੰਦਾ ਮਿਲਾਪ। ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਮਾਤਮਾ ਵਾਹਿਗੁਰੂ, ਨਾਨਕ ਵੀ ਤੇਰਾ ਨਾਮ ਮੰਗਦਾ ਹੈ, ਮਿਹਰ ਕਰ, ਮਿਲਾਪ ਬਖਸ਼। ਸਤਿਗੁਰ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਜੀ ਭੁੱਖੇ ਵਿਅਕਤੀ ਦੀ। ਭੁੱਖੇ ਵਿਅਕਤੀ ਦਾ ਧਿਆਨ ਜਿਹੜਾ ਰਹਿੰਦਾ ਜੀ, ਉਹ ਰੋਟੀ ਤੱਕ ਮਸਲਾ ਹੈ, ਸਭ ਪੇਟ ਦੀ ਪੂਰਤੀ ਤੱਕ ਮਸਲਾ ਹੈ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਤੇਰੇ ਅੱਗੇ ਅਰਦਾਸ ਪਤਾ ਕੀ ਹੈ, ਤੇਰੇ ਅੱਗੇ ਅਰਜ਼ੋਈ ਪਤਾ ਕੀ ਹੈ। ਸਤਿਗੁਰ ਮਹਾਰਾਜ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਮਹਾਰਾਜ ਕਹਿੰਦੇ ਮੈਂ ਵੀ ਤੇਰਾ ਨਾਮ ਮੰਗਦਾ, ਤੇਰਾ ਨਾਮ ਮੰਗਦਾ, ਮਿਹਰ ਕਰ ਹੇ ਵਾਹਿਗੁਰੂ ਪ੍ਰਮਾਤਮਾ ਜੀਓ, ਤੇਰੇ ਨਾਲ ਮਿਲਾਪ ਹੋ ਜਾਵੇ। ਨਾਮ ਦੇ ਰਾਹੀਂ ਮੈਂ ਮੰਗਦਾ ਵੀ ਮੇਰਾ ਮਿਲਾਪ ਆ ਨਾ ਜਿਹੜਾ ਤੇਰੇ ਨਾਲ ਹੋ ਜਾਵੇ ਪ੍ਰਮਾਤਮਾ ਜੀ, ਵਾਹਿਗੁਰੂ ਜੀ। ਸਤਿਗੁਰ ਮਹਾਰਾਜ ਨੇ ਆਪਾਂ 2 ਸ਼ਲੋਕਾਂ ਦੀ ਵਿਚਾਰ ਕੀਤੀ ਹੈ ਜੀ। ਪਹਿਲਾ ਜਿਹੜਾ ਸ਼ਲੋਕ ਆ, ਪਹਿਲੇ ਸ਼ਲੋਕ ਅੰਦਰ ਮਹਾਰਾਜ ਨੇ ਨਾਮ ਨੂੰ ਜ਼ਿੰਦਗੀ ਵਿੱਚ ਪੱਕਾ ਕਰਨ ਦੀ ਗੱਲ ਕੀਤੀ ਹੈ। ਸਤਿਗੁਰੂ ਦਾ, ਵਾਹਿਗੁਰੂ ਦਾ ਨਾਮ ਜ਼ਿੰਦਗੀ ਵਿੱਚ ਪੱਕਾ ਕਰੀਏ, ਨਾਮ ਧਿਆ ਕੇ ਆਪਣੀ ਜ਼ਿੰਦਗੀ ਨੂੰ ਸਵਾਰੀਏ। ਮਹਾਰਾਜ ਕਹਿੰਦੇ ਦੁੱਖ ਦੂਰ ਹੋ ਜਾਂਦੇ ਨੇ। ਦੂਸਰੇ ਸ਼ਲੋਕ ਅੰਦਰ ਜਿਹੜੀ ਮਹਾਰਾਜ ਨੇ ਗੱਲ ਕੀਤੀ ਹੈ ਜੀ ਭੁੱਖੇ ਵਿਅਕਤੀ ਦੀ, ਜਿਹੜਾ ਭੁੱਖਾ ਹੁੰਦਾ ਹੈ। ਮੈਂ ਬਹੁਤ ਵਾਰ ਗੱਲ ਕੀਤੀ ਹੈ ਜੀ, ਜਦੋਂ ਅਸੀਂ ਦਾਨ ਦੀ ਗੱਲ ਕਰਦੇ ਹਾਂ ਨਾ, ਦਾਨ ਕਰੀਏ, ਦਸਵੰਧ ਦੇਈਏ। ਸਿੱਖ ਰਹਿਤ ਮਰਿਆਦਾ ਵਿੱਚੋਂ ਇਹ ਵੀ ਆਪਾਂ ਗੱਲ ਪੜ੍ਹਦੇ ਹਾਂ ਵੀ ਗਰੀਬ ਦਾ ਮੂੰਹ ਆ ਨਾ ਜਿਹੜਾ ਗੁਰੂ ਕੀ ਗੋਲਕ ਹੈ। ਜੇ ਅਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦੇਵਾਂਗੇ, ਇਹ ਬਹੁਤ ਵੱਡਾ ਦਾਨ ਹੁੰਦਾ ਹੈ। ਜੇ ਕਿਸੇ ਭੁੱਖੇ ਨੂੰ ਰੋਟੀ ਮਿਲ ਜਾਵੇ ਨਾ, ਉਹ ਇਸੇ ਗੱਲ ਦਾ ਸ਼ੁਕਰਗੁਜ਼ਾਰ ਹੁੰਦਾ, ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਇੱਕ ਡੰਗ ਦੀ ਰੋਟੀ ਮਿਲ ਗਈ। ਸਤਿਗੁਰ ਮਹਾਰਾਜ ਨੇ ਇੱਥੇ ਕਿਹਾ ਜੀ, ਭੁੱਖੇ ਨੂੰ ਭਾਵੇਂ ਕੋਈ ਉਹਦੀ ਬੇਇੱਜ਼ਤੀ ਕਰ ਦੇਵੇ, ਭਾਵੇਂ ਉਹਨੂੰ ਕੋਈ ਆਦਰ ਦੀ ਜਾਵੇ, ਗੱਲਾਂ ਦੀ ਪਰਵਾਹ ਨਹੀਂ ਕਰਦਾ। ਉਹਦਾ ਧਿਆਨ ਵਿਚਾਰੇ ਦਾ ਕੇਵਲ ਪੇਟ ਤੱਕ ਹੁੰਦਾ ਵੀ ਮੈਨੂੰ ਰੋਟੀ ਮਿਲੀ ਤੇ ਮੈਂ ਰੋਟੀ ਖਾ ਕੇ ਅੱਗੇ ਚੱਲਦਾ ਬਣਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਨਕ ਵੀ, ਨਾਨਕ ਮੰਗੈ ਨਾਮ ਹਰ, ਹੇ ਵਾਹਿਗੁਰੂ ਮੈਂ ਵੀ ਤੇਰਾ ਨਾਮ ਮੰਗਦਾ, ਮੈਂ ਦੁਨੀਆ ਦੀ ਪਰਵਾਹ ਨਹੀਂ ਕਰਦਾ। ਜਿਵੇਂ ਮੰਗਤਾ ਪਰਵਾਹ ਨਹੀਂ ਕਰਦਾ, ਕਿ ਭਿਖਾਰੀ ਪਰਵਾਹ ਨਹੀਂ ਕਰਦਾ। ਸਤਿਗੁਰ ਮਹਾਰਾਜ ਕਹਿੰਦੇ ਮੈਂ ਤੇਰੇ ਨਾਮ ਦਾ ਮੰਗਤਾ ਹਾਂ, ਤੇਰੇ ਦਰ ਦਾ ਕੂਕਰ ਹਾਂ, ਤੇਰੇ ਦਰ ਤੋਂ ਮੰਗਦਾ ਹਾਂ। ਪਾਤਸ਼ਾਹ ਜੀ ਕੀ ਕਹਿ ਰਹੇ ਨੇ, ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ। ਹੇ ਵਾਹਿਗੁਰੂ ਤੇਰੇ ਨਾਲ ਮਿਲਾਪ ਹੋ ਜਾਵੇ, ਸੰਜੋਗ ਹੋ ਜਾਵੇ।
ਅੱਗੇ ਪੌੜੀ ਦੇ ਵਿੱਚ ਮਹਾਰਾਜ ਕਹਿ ਰਹੇ ਨੇ, ਜੇ ਵੇਹ ਕਰਮ ਕਮਾਵਦਾ ਤੇ ਵੇਹ ਫਲ ਤੇ। ਪਾਤਸ਼ਾਹ ਜੀ ਕਹਿੰਦੇ ਅਕਿਰਤ ਘਣ ਮਨੁੱਖ ਜਿਹੋ ਜਿਹੇ ਕਰਮ ਕਰਦਾ ਨਾ, ਉਹੋ ਜਿਹਾ ਉਹਨੂੰ ਫਲ ਮਿਲਦਾ ਹੈ। ਕਿਸੇ ਵੀ ਬੰਦੇ ਦੀ ਗੱਲ ਕਰ ਲਓ ਜੀ, ਭਾਵੇਂ ਇੱਕ ਉਦਾਹਰਨ ਲੈ ਲਈਏ, ਖੇਤ ਅੰਦਰ ਜੋ ਵੀ ਤੁਸੀਂ ਬੀਜ ਪਾਵੋਗੇ ਨਾ, ਫਲ ਉਸੇ ਨੇ ਦੇਣਾ ਹੈ। ਬਹੁਤ ਬਾਰੇ ਉਦਾਹਰਨ ਬਾਣੀ ਵਿੱਚ ਬਾਰ-ਬਾਰ ਸਤਿਗੁਰੂ ਪਤਾ ਕਿਉਂ ਵਰਤਦੇ ਨੇ। ਸਾਡਾ ਸਰੀਰ ਖੇਤੀ ਵਰਗਾ ਹੈ, ਇਹਦੇ ਵਿੱਚ ਜੋ ਕੁਝ ਪਾ ਲਓਗੇ ਨਾ ਉਹ ਤੁਹਾਡੇ ਸਾਹਮਣੇ ਹੈ। ਸਤਿਗੁਰੂ ਮਹਾਰਾਜ ਨੇ ਤਾਂ ਇੱਥੋਂ ਤੱਕ ਦਰਜਾ ਦਿੱਤਾ ਜੀ ਸਾਡੇ ਸਰੀਰ ਨੂੰ, ਜਿੰਨੇ ਸਰੀਰ ਨੇ ਨਾ ਰੱਬ ਦਾ ਘਰ ਆਏ ਸਾਰਾ। ਹਰਮੰਦਰ ਇਹ ਸਰੀਰ ਹੈ, ਰੱਬ ਦਾ ਮੰਦਰ, ਰੱਬ ਦਾ ਘਰ ਸਰੀਰ ਹੈ। ਇਹ ਤਾਂ ਧਾਰਮਿਕ ਅਦਾਰੇ ਨੇ ਜਿਨ੍ਹਾਂ ਵਿੱਚ ਬਹਿ ਕੇ ਅਸੀਂ ਸਿੱਖਦੇ ਹਾਂ, ਸਮਝਦੇ ਹਾਂ। ਤੁਸੀਂ ਅੰਦਰੂਨੀ ਤੌਰ 'ਤੇ ਜੇ ਬਾਣੀ ਦੇ ਅਰਥਾਂ ਨੂੰ ਪੜ੍ਹੋਗੇ ਨਾ ਥੋੜ੍ਹਾ ਧਿਆਨ ਨਾਲ, ਮਹਾਰਾਜ ਬਾਰ-ਬਾਰ ਇਹ ਗੱਲ ਕਹਿੰਦੇ ਨੇ, ਰੱਬ ਕਿਤੇ ਦੂਰ ਨਹੀਂ ਬੈਠਾ, ਰੱਬ ਕਿਤੇ ਧਾਰਮਿਕ ਅਦਾਰੇ ਵਿੱਚ ਕੈਦ ਨਹੀਂ ਕੀਤਾ ਹੋਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਰੱਬ ਤੇਰੇ ਸਰੀਰ ਵਿੱਚ ਹੈ, ਇਹ ਸਰੀਰ ਦੀ ਪਛਾਣ ਕਰ। ਤੂੰ ਹੈ ਮਨੁੱਖ, ਹੈ ਬੰਦਿਆ, ਦੁਨੀਆ ਦੇ ਉੱਤੇ, ਸੰਸਾਰ ਦੇ ਉੱਤੇ ਕਾਹਦੇ ਵਾਸਤੇ ਆਇਆ। ਜੇ ਗੱਲ ਦੀ ਪਛਾਣ ਹੋ ਜਾਏ ਨਾ ਬੰਦੇ ਨੂੰ ਵੀ ਇੱਥੇ ਮੈਂ ਕਾਹਦੇ ਲਈ ਆਇਆ, ਕੀ ਮੈਂ ਕਰਨਾ, ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹਨੂੰ ਫਲ ਉਸੇ ਤਰ੍ਹਾਂ ਦਾ ਮਿਲ ਜਾਂਦਾ ਹੈ। ਚੰਗਾ ਕਰੇਗਾ ਚੰਗਾ ਫਲ ਮਿਲੇਗਾ, ਮੰਦਾ ਕਰੇਗਾ ਮੰਦਾ ਕਰਮ ਫਲ ਮਿਲੇਗਾ। ਇਹ ਤਾਂ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਹੋ ਜਾਂਦਾ, ਕੋਈ ਦੂਰ ਹੋ ਜਾਂਦਾ। ਰੱਬ ਕਿਸੇ ਨੂੰ ਨਹੀਂ ਵਿਛੋੜਦਾ, ਨਾ ਰੱਬ ਕਿਸੇ ਦਾ ਵੈਰੀ ਹੈ। ਇਹ ਤਾਂ ਸਾਡੇ ਸੁਭਾਅ ਦੇ ਉੱਤੇ ਡਿਪੈਂਡ ਕਰਦਾ, ਸਾਡੇ ਜੀਵਨ ਦੇ ਉੱਤੇ ਡਿਪੈਂਡ ਕਰਦਾ ਵੀ ਅਸੀਂ ਕਿਹੋ ਜਿਹਾ ਵਰਤੋਂ ਵਿਹਾਰ ਕਰ ਰਹੇ ਹਾਂ। ਮਹਾਰਾਜ ਕਹਿੰਦੇ ਜੇ ਵੇਹ ਕਰਮ ਕਮਾਵਦਾ ਤੇ ਵੇ ਫਲ ਤੇ, ਉਹੋ ਜਿਹਾ ਫਲ ਗਿਆ। ਚੱਬੇ ਤੱਤਾ ਲੋ ਸਾਰ ਵਿੱਚ ਸੰਘੈ ਪਲ ਤੇ। ਮਹਾਰਾਜ ਕਹਿੰਦੇ ਜੇ ਕੋਈ ਤੱਤਾ ਕਰੜਾ ਲੋਹਾ ਚੱਬੇ ਤਾਂ ਸੰਗ ਵਿੱਚ ਹੀ ਚੁੱਭ ਜਾਂਦਾ ਹੈ, ਕਿਉਂਕਿ ਲੋਹਾ ਚੱਬਿਆ ਨਹੀਂ ਜਾ ਸਕਦਾ ਜੀ, ਸੰਗ ਪਾੜ ਦਿੰਦਾ ਲੋਹਾ। ਇੱਕ ਉਦਾਹਰਨ ਦਿੱਤੀ ਮਹਾਰਾਜ ਨੇ। ਪਾਤਸ਼ਾਹ ਜੀ ਕਹਿੰਦੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਪਾਤਸ਼ਾਹ ਜੀ ਕਹਿੰਦੇ ਜੇ ਕੋਈ ਤੱਤਾ ਲੋਹਾ ਚੱਬੇਗਾ ਨਾ, ਪਾਤਸ਼ਾਹ ਜੀ ਕਹਿ ਰਹੇ ਨੇ ਉਹਦਾ ਇੱਕ ਸ਼ਬਦ ਵਰਤਿਆ, ਚੱਬੈ ਤੱਤਾ ਲੋ ਸਾਰ ਵਿੱਚ ਸੰਘੈ ਪਲ ਤੇ। ਅੱਗੇ ਮਹਾਰਾਜ ਕਹਿੰਦੇ ਘੱਤ ਗਲਾਵਾਂ ਚਾਲਿਆ ਤਿਨ ਦੂਤ ਅਮਲ ਤੇ। ਕਾਈ ਆਸ ਨ ਪੁੰਨੀਆਂ ਨਿਤ ਪਰਮਲ ਹਿਰਤੇ। ਪਾਤਸ਼ਾਹ ਜੀ ਕਹਿੰਦੇ ਉਹ ਜਮਦੂਤ ਉਹਨਾਂ ਖੋਟੇ ਕਰਮਾਂ ਦੇ ਕਾਰਨ, ਜਿਹੜੇ ਬੰਦੇ ਦੇ ਖੋਟੇ ਕਰਮ ਨੇ, ਮਾੜੇ ਕਰਮ ਨੇ, ਭੈੜੇ ਕਰਮ ਨੇ, ਉਹਨਾਂ ਦੇ ਕਾਰਨ ਉਹਦੇ ਗਲ ਵਿੱਚ ਰੱਸਾ ਪਿਆ ਜਾਂਦਾ ਹੈ। ਭਾਵ ਨਰਾਦਰੀ ਵਾਲਾ ਵਰਤਾਓ ਕਰਕੇ ਅੱਗੇ ਲਾ ਲੈਂਦੇ ਨੇ ਜੰਮ ਜਿਹੜੇ ਨੇ। ਪਾਤਸ਼ਾਹ ਜੀ ਕਹਿੰਦੇ ਸਦਾ ਪਰਾਈ ਮੈਲ ਉਹਨੂੰ ਚੁਗਾਉਂਦੇ ਨੇ, ਪਰਾਈ ਮੈਲ ਦੇ ਵੱਸ ਹੋ ਜਾਂਦਾ ਹੈ, ਪਰਾਈ ਨਿੰਦਿਆ ਦੇ ਵੱਸ ਹੋ ਜਾਂਦਾ ਹੈ। ਪਰਾਏ ਪਾਤਸ਼ਾਹ ਜੀ ਕਹਿੰਦੇ ਪਾਪ ਕਰ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ। ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ, ਲੋਕ ਤੇ ਪਰਲੋਕ ਉਹਦਾ ਜਾਇਆ ਚਲਾ ਜਾਂਦਾ ਹੈ। ਐਸੇ ਮਨੁੱਖ ਦਾ, ਐਸੇ ਬੰਦੇ ਦਾ ਪਾਤਸ਼ਾਹ ਜੀ ਅੱਗੇ ਸਮਝਾ ਰਹੇ ਨੇ, ਕੀਆ ਨਾ ਜਾਣਾ ਅਕਿਰਤ ਘਾਣ ਵਿੱਚ ਜੋਨੀ ਫਿਰਤੇ, ਸਭੇ ਤੇਰਾਂ ਨਿਕੁਠਿਆਸ ਹਿਰ ਲਇਸ ਧਰਤੇ। ਪਾਤਸ਼ਾਹ ਜੀ ਕਹਿੰਦੇ ਅਕਿਰਤ ਘਣ ਬੰਦਾ ਉਸ ਪਰਮਾਤਮਾ ਦਾ ਕੀਤਾ ਜਾਣਦਾ ਨਹੀਂ, ਜੂਨਾਂ ਦੇ ਵਿੱਚ ਪਿਆ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਸਭੇ ਧਿਰਾਂ ਨਿਖੁੱਟਿਆਸ। ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਨਿੰਦਿਆ ਕਰਕੇ ਉਹ ਸਭ ਕੁਝ ਆਪਣਾ ਮੁਕਾ ਲੈਂਦਾ ਹੈ ਅਤੇ ਉਸ ਮਾਲਕ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਬਿਜਣ ਕਲੈ ਨਾ ਦੇਵਸਾ ਤਾਂ ਲਿਆ ਕਰਤੇ, ਜੋ ਜੋ ਕਰਤੇ ਅਮੇਹੋ ਝੜ ਧਰਤੀ ਪੜਤੇ। ਸਤਿਗੁਰੂ ਮਹਾਰਾਜ ਕਹਿੰਦੇ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਨਾ, ਉਸ ਵਿੱਚ ਗਿਆਨ ਤੇ ਵਿਚਾਰ ਵਾਲੀ ਅਕਲ ਹੁੰਦੀ ਹੈ, ਅਕਲਵਾਨ ਬਣ ਜਾਂਦਾ ਹੈ।
ਪਾਤਸ਼ਾਹ ਜੀ ਕਹਿ ਰਹੇ ਨੇ ਜਦੋਂ ਗੁਰੂ ਦੇ ਸਨਮੁਖ ਰਹਿਣਾ ਆ ਗਿਆ ਫਿਰ ਅਕਲ ਜ਼ਰੂਰ ਆਉਂਦੀ ਹੈ, ਸਮਝ ਜ਼ਰੂਰ ਆਉਂਦੀ ਹੈ। ਜਿਹੜਾ ਗੁਰੂ ਦੇ ਸਨਮੁਖ ਰਹਿਣਾ ਨਹੀਂ ਸਿੱਖਦਾ ਉਹਨੂੰ ਕਦੇ ਅਕਲ ਨਹੀਂ ਆਉਂਦੀ ਜੀ। ਗੱਲ ਤਾਂ ਇੱਥੇ ਸਤਿਗੁਰੂ ਜਿਹੜੀ ਕਰ ਰਹੇ ਨੇ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਹੈ, ਗੁਰੂ ਦੇ ਬਚਨਾਂ ਨੂੰ ਮੰਨਣ ਦੀ ਹੈ। ਮਹਾਰਾਜ ਕਹਿ ਰਹੇ ਨੇ ਵਿਜਣ ਕਲਾ ਨਾ ਦੇਵਸਾਂ। ਜਦੋਂ ਚਾਰੇ ਬੰਨੇ ਝਗੜੇ ਨੂੰ ਅਕਿਰਤ ਘਣ ਮੁੱਕਣ ਨਹੀਂ ਦਿੰਦਾ, ਭਾਵ ਅੱਤ ਕਰ ਦਿੰਦਾ ਹੈ, ਤਾਂ ਉਸ ਮਾਲਕ ਉਹ ਪ੍ਰਮਾਤਮਾ ਜਿਹੜਾ ਨਾ ਉਸ ਨੂੰ ਇੱਥੋਂ ਉਠਾ ਲੈਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਜੋ ਜੋ ਮਨੁੱਖ ਹੰਕਾਰ ਕਰਦੇ ਹਨ ਉਹ ਢਹਿ ਢੇਰੀ ਹੋ ਕੇ ਜ਼ਮੀਨ 'ਤੇ ਡਿੱਗ ਜਾਂਦੇ ਹਨ। ਮਹਾਰਾਜ ਕਹਿੰਦੇ ਹੰਕਾਰ ਜ਼ਿੰਦਗੀ ਨੂੰ ਗਾਲ ਦਿੰਦਾ ਹੈ, ਜ਼ਿੰਦਗੀ ਵਿਕਾਰ ਬਣਾ ਦਿੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ, ਆਪਾਂ ਇੱਕ ਲੜੀ ਦੇ ਵਿੱਚ ਜਿਹੜੀ ਵਿਚਾਰ ਕਰਦੇ ਹਾਂ ਜੀ, ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਤੇ ਇੱਕ ਪੌੜੀ ਦੀ ਵਿਚਾਰ ਕੀਤੀ ਹੈ। ਮਹਾਰਾਜ ਨੇ ਇੱਥੇ ਸ਼ਲੋਕਾਂ ਦੇ ਅੰਦਰ ਪੌੜੀ ਅੰਦਰ ਜਿਹੜੀ ਗੱਲ ਕੀਤੀ, ਸਾਡੇ ਸਨਮੁਖ ਸੁਭਾਅ ਦੀ ਗੱਲ ਕੀਤੀ ਹੈ। ਆਪਣੇ ਸੁਭਾਅ ਨੂੰ ਵਧੀਆ ਬਣਾ ਕੇ ਗੁਰੂ ਦੇ ਸ਼ਬਦ ਨਾਲ ਪਰੋਈਏ। ਆਓ ਗੁਰਮੁਖ ਜੋ ਲੜੀ ਵਾਰ ਆਪਾਂ ਇਤਿਹਾਸਕ ਵਿਚਾਰ ਕਰਦੇ ਹਾਂ ਜੀ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, 5ਵੀਂ ਪਾਤਸ਼ਾਹੀ, ਤਿੰਨਾਂ ਦੇ ਜੀਵਨ ਬਾਰੇ ਆਪਾਂ ਲੜੀ ਵਾਰ ਵਿਚਾਰ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਸਤਿਗੁਰੂ ਮਹਾਰਾਜ ਦਾ ਜਨਮ ਤੇ ਬਚਪਨ ਕਿਸ ਤਰ੍ਹਾਂ ਬਤੀਤ ਹੁੰਦਾ। ਸਤਿਗੁਰੂ ਮਹਾਰਾਜ ਦਾ ਜਨਮ ਤੇ ਬਚਪਨ ਦੀ ਆਪਾਂ ਗੱਲ ਕੀਤੀ ਸੀ। ਆਪਣੇ ਨਾਨੇ ਦੀ ਗੋਦੀ ਵਿੱਚ ਰਹਿ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦਾ ਨਿੱਘ ਮਾਣਿਆ। ਦੋਤਾ ਬਾਣੀ ਕਾ ਬੋਹਿਤਾ ਸਤਿਗੁਰੂ ਮਹਾਰਾਜ ਨੇ ਖਿਤਾਬ ਦਿੱਤਾ ਹੈ ਬਾਬਾ ਅਰਜਨ ਸਾਹਿਬ ਜੀ ਨੂੰ। ਅੱਗੇ ਆਪਾਂ ਪੜ੍ਹਾਂਗੇ ਤਖਤ ਬੈਠਾ ਅਰਜਨ ਗੁਰੂ। ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਾਬਾ ਅਰਜਨ ਜੀ ਜਦੋਂ ਤਖਤ ਉੱਤੇ ਬਹਿੰਦੇ ਨੇ, ਗੁਰਤਾ ਗੱਦੀ ਦੇ ਤਖਤ ਉੱਤੇ ਬਹਿੰਦੇ ਨੇ, ਉਹਦੇ ਬਾਰੇ ਆਪਾਂ ਵਿਚਾਰ ਕਰਨੀ ਅੱਜ। ਗੁਰਿਆਈ ਬਾਰੇ ਆਪਾਂ ਲੰਮੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ ਜੀ। ਤੁਸੀਂ ਰਾਜਨੀਤੀ ਦੀ ਗੱਲ ਕਰੋਗੇ ਨਾ ਜੀ, ਰਾਜਨੀਤਿਕ ਦੀ, ਰਾਜਨੀਤੀ ਅੰਦਰ ਪੱਖਪਾਤ ਮੇਰ ਤੇਰ ਕੀਤੀ ਜਾਂਦੀ ਹੈ। ਆਪਣੇ ਪਰਿਵਾਰ ਦਾ ਮੈਂਬਰ ਖੜਾ ਕਰ ਦੇਣਾ, ਆਪਣੇ ਪਰਿਵਾਰ ਦੇ ਜੀਅ ਨੂੰ ਅੱਗੇ ਅੱਗੇ ਲੈ ਕੇ ਆਉਣਾ। ਇੱਕ ਰਾਜ ਬਾਬੇ ਨਾਨਕ ਨੇ ਵੀ ਚਲਾਇਆ, ਜਿਹਦੇ ਬਾਰੇ ਬਾਣੀ ਵਿੱਚ ਲਿਖਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਜਿਹੜਾ ਕਿਲਾ ਸੱਚ ਦੇ ਆਧਾਰਿਤ ਖੜਿਆ ਹੈ। ਸਤਿਗੁਰੂ ਮਹਾਰਾਜ ਦੇ ਜੀਵਨ ਨੂੰ ਜਦੋਂ ਪੜ੍ਹਾਂਗੇ ਵਿਚਾਰਾਂਗੇ, ਗੁਰਿਆਈ ਕੇਵਲ ਪਾਤਸ਼ਾਹ ਜੀ ਕਹਿੰਦੇ ਗੁਰਿਆਈ ਹੈ ਨਾ ਜਿਹੜੀ ਜ਼ਿੰਮੇਵਾਰੀ ਹੈ, ਸਤਿਗੁਰੂ ਮਹਾਰਾਜ ਉਸ ਸਰਬ ਗੁਣ ਸੰਪੰਨ ਸ਼ਖਸੀਅਤ ਨੂੰ ਮਹਾਰਾਜ ਦਿੰਦੇ ਰਹੇ ਨੇ। ਉਹ ਸ਼ਖਸੀਅਤ ਨੂੰ ਗੁਰਿਆਈ ਮਿਲਦੀ ਰਹੀ ਹੈ ਜੋ ਗੁਰੂ ਦੀ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਦਾ ਹੈ। ਕੱਲ੍ਹ ਆਪਾਂ ਇੱਕ ਵਿਚਾਰ ਕਰੇ ਸੀ, ਬਾਬੇ ਨਾਨਕ ਦੇ ਘਰ 2 ਪੁੱਤਰ ਪੈਦਾ ਹੋਏ ਨੇ, ਸ਼੍ਰੀ ਚੰਦ ਤੇ ਲਖਮੀ ਦਾਸ। ਗੁਰੂ ਨਾਨਕ ਮਹਾਰਾਜ ਨੇ ਗੁਰਿਆਈ ਜਾਂ ਨਾ ਜਿਹੜੀ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਆਪਣੇ ਚੇਲੇ ਨੂੰ ਦਿੱਤੀ ਹੈ। ਬਾਬਾ ਲਹਿਣਾ ਇੱਕ ਚੇਲਾ ਬਣ ਕੇ, ਇੱਕ ਸੇਵਾਦਾਰ ਬਣ ਕੇ ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੇ ਦਰ ਵਿੱਚ ਆਉਂਦਾ ਹੈ। ਜਦੋਂ ਆਪਾਂ ਲੜੀਵਾਰ ਇਤਿਹਾਸ ਪੜ੍ਹ ਰਹੇ ਸੀ, ਵਿਚਾਰ ਰਹੇ ਸੀ, ਕਿੰਨੇ ਹੁਕਮ ਮਹਾਰਾਜ ਨੇ ਕੀਤੇ ਨੇ, ਕਿੰਨੇ ਬਚਨ ਮਹਾਰਾਜ ਨੇ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਨੇ। ਉਹ ਸਾਰੇ ਬਚਨਾਂ ਨੂੰ ਮੰਨਦੇ ਹੋਏ ਭਾਈ ਲਹਿਣਾ ਜੀ ਇੱਕ ਦਿਨ ਗੁਰੂ ਅੰਗਦ ਸਾਹਿਬ ਦੀ ਪਦਵੀ ਨੂੰ ਹਾਸਲ ਕਰਦੇ ਨੇ, ਗੁਰਤਾ ਗੱਦੀ ਤੇ ਬਹਿੰਦੇ ਨੇ। ਇਸੇ ਲੜੀ ਦੇ ਤਹਿਤ ਜਦੋਂ ਅੱਗੇ ਪੜ੍ਹਾਂਗੇ ਵਿਚਾਰਾਂਗੇ, ਗੁਰਤਾ ਗੱਦੀ ਜਿਹੜੀ ਪ੍ਰਾਪਤ ਕੀਤੀ ਹੈ ਸੇਵਾ ਕਰਕੇ, ਭਗਤੀ ਨਾਲ, ਸਿਮਰਨ ਦੇ ਨਾਲ, ਹੁਕਮ ਮੰਨ ਕੇ, ਨਿਮਰਤਾ ਦੇ ਨਾਲ ਇਹ ਗੁਰਤਾ ਗੱਦੀ ਮਿਲਦੀ ਹੈ ਜੀ। ਇੱਕ ਇੱਥੇ ਇਤਿਹਾਸਕਾਰਾਂ ਨੇ ਬੜੀ ਪਿਆਰੀ ਵਿਚਾਰ ਲਿਖੀ ਹੈ ਮਹਾਰਾਜ ਦੇ ਜੀਵਨ ਵਿੱਚ, ਤੁਸੀਂ ਅਕਸਰ ਪੜ੍ਹੋਗੇ ਵਿਚਾਰੋਗੇ। ਗੁਰਿਆਈ ਆ ਨਾ ਜਿਹੜੀ, ਇਹ ਵਿਰਾਸਤ ਵਿੱਚ ਮਿਲਣ ਵਾਲੀ ਚੀਜ਼ ਨਹੀਂ, ਵੀ ਇੱਕ ਚੀਜ਼ ਵਿਰਾਸਤ ਵਿੱਚ ਮਿਲਦੀ ਹੈ। ਪਹਿਲਾਂ ਪਿਤਾ ਤੋਂ ਬਾਅਦ ਪੁੱਤਰ ਕੋਲ, ਪੁੱਤਰ ਤੋਂ ਬਾਅਦ ਅੱਗੇ ਦੇ ਅੱਗੇ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਸਿਲਸਿਲਾ। ਪਰ ਸਤਿਗੁਰੂ ਮਹਾਰਾਜ, ਆਪਾਂ ਗੱਲ ਕਰ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਹਿੰਦੇ ਨੇ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਗੁਰੂ ਅੰਗਦ ਸਾਹਿਬ ਤੋਂ ਬਾਅਦ
ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਆਪਣੇ ਜਮਾਈ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਬਣਾਉਂਦੇ ਨੇ, ਉਹਨਾਂ ਨੂੰ ਗੱਦੀ ਦਿੱਤੀ ਹੈ। ਇਸੇ ਲੜੀ ਦੇ ਤਹਿਤ ਜਦੋਂ ਆਪਾਂ ਪੰਜਵੀਂ ਪਾਤਸ਼ਾਹੀ ਦੇ ਜੀਵਨ ਬਾਰੇ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਗੁਰੂ ਰਾਮਦਾਸ ਮਹਾਰਾਜ ਦੇ ਘਰ 3 ਪੁੱਤਰ ਪੈਦਾ ਹੁੰਦੇ ਨੇ ਜੀ। ਵੱਡਾ ਪ੍ਰਿਥੀ ਚੰਦ ਹੈ, ਫਿਰ ਮਹਾਦੇਵ ਹੈ, ਸਭ ਤੋਂ ਛੋਟੇ ਬਾਬਾ ਅਰਜਨ ਸਾਹਿਬ ਜੀ ਨੇ। ਇਤਿਹਾਸਕਾਰ ਲਿਖਦੇ ਨੇ ਪ੍ਰਿਥੀ ਚੰਦ ਸੀ ਨਾ ਜਿਹੜਾ ਵਧੀਆ ਪ੍ਰਬੰਧਕ ਰਿਹਾ ਹੈ। ਦਰਬਾਰ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਚੱਲਦੀਆਂ ਸੀ, ਲੰਗਰ ਹਾਲ ਦੀ ਸੇਵਾ, ਹੋਰ ਦਰਬਾਰ ਸਾਹਿਬ ਦੀ ਜਿੰਨੀਆਂ ਵੀ ਸੇਵਾਵਾਂ ਚੱਲਦੀਆਂ ਸੀ, ਉਹ ਸਾਰਾ ਪ੍ਰਬੰਧ ਸੀ ਨਾ ਉਹ ਪ੍ਰਿਥੀ ਚੰਦ ਦੇ ਹੱਥ ਵਿੱਚ ਸੀ। ਮਹਾਦੇਵ ਉਹ ਵੈਰਾਗੀ ਸੁਭਾਅ ਦਾ ਸੀ, ਉਹ ਕੰਮ ਕਾਰ ਤੋਂ ਨਾ ਕੋਈ ਕਰਦਾ ਸੀ, ਨਾ ਕੋਈ ਲੈਣਾ ਦੇਣਾ ਸੀ, ਵੱਖਰਾ ਸੁਭਾਅ ਸੀ। ਬਾਬਾ ਅਰਜਨ ਸਾਹਿਬ ਬਾਣੀ ਨਾਲ ਪਿਆਰ ਕਰਨ ਵਾਲੇ, ਪ੍ਰਭੂ ਨਾਲ ਪਿਆਰ ਕਰਨ ਵਾਲੇ, ਆਗਿਆਕਾਰ, ਨਿਮਰਤਾ ਵਾਲੇ, ਸੇਵਾ ਭਾਵਨਾ ਵਾਲੇ, ਗੁਰਸਿੱਖੀ ਦੇ ਪ੍ਰਚਾਰ ਲਈ ਉਹਨਾਂ ਵਿੱਚ ਬਹੁਤ ਵੱਡੀ ਲਗਨ ਸੀ। ਇਸੇ ਲਗਨ ਦੇ ਕਾਰਨ ਗੁਰੂ ਰਾਮਦਾਸ ਮਹਾਰਾਜ ਦੇ ਨੇੜੇ ਹੁੰਦੇ ਗਏ। ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਆਪਾਂ ਗੱਲ ਕਰ ਰਹੇ ਸੀ ਵੀ ਚਤਰ ਸੀ, ਸਿਆਣਾ ਸੀ, ਪ੍ਰਬੰਧਕ ਵਧੀਆ ਸੀ, ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਚਲਾਉਂਦਾ ਸੀ, ਉਸਾਰੀ ਤੋਂ ਲੈ ਕੇ ਵਧੀਆ ਸੇਵਾਵਾਂ ਕੀਤੀਆਂ ਨੇ। ਪਰ ਨਿਰਾ ਉਹਦੇ ਅੰਦਰ ਇਹ ਖਿਆਲ ਸੀ ਵੀ ਇਹ ਕਹਿ ਸਕਦੇ ਆ ਵੀ ਜਿਹੜਾ ਉਹ ਸੇਵਾਵਾਂ ਕਰਦਾ ਸੀ ਜਾਂ ਪ੍ਰਬੰਧ ਸਾਂਭ ਰਿਹਾ ਸੀ, ਉਹਦੇ ਅੰਦਰ ਇਹ ਖਿਆਲ ਸੀ ਵੀ ਗੁਰਤਾ ਗੱਦੀਆਂ ਨੇ ਜਿਹੜੀ 5ਵੀਂ ਥਾਂ ਤੇ ਗੁਰਤਾ ਗੱਦੀ ਤੇ ਮੈਂ ਬੈਠਾ, ਗੁਰੂ ਰਾਮਦਾਸ ਮਹਾਰਾਜ ਮੈਨੂੰ ਗੁਰਤਾ ਗੱਦੀ ਦੇ ਦੇਣਾ। ਜਦੋਂ ਮਹਾਰਾਜ ਨੇ ਗੁਰਤਾ ਗੱਦੀ ਦੀ ਚੋਣ ਕੀਤੀ, ਗੁਰਤਾ ਗੱਦੀ ਮਿਲਦੀ ਹੈ ਬਾਬਾ ਅਰਜਨ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਜੀ ਬਣਦੇ ਨੇ। ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਮਿਲਦੀ ਹੈ ਤਾਂ ਇਸ ਗੱਲ ਦਾ ਇਸ ਪ੍ਰਿਥੀ ਚੰਦ ਨੇ ਬਹੁਤ ਵੱਡਾ ਵਿਰੋਧ ਕੀਤਾ ਸੀ। ਗੁਰੂ ਘਰ ਵਾਸਤੇ ਜਿਹੜੀ ਦਸਵੰਧ ਦੀ ਮਾਇਆ ਹੁੰਦੀ ਸੀ ਨਾ, ਗੁਰਦੁਆਰੇ ਵਾਸਤੇ ਜਿਹੜੀ ਦਸਵੰਧ ਦੀ ਮਾਇਆ ਹੁੰਦੀ ਸੀ, ਕਾਰਪੇਟ ਆਉਂਦੀ ਸੀ, ਇਹ ਸਾਰੀ ਦਸਵੰਧ ਦੀ ਮਾਇਆ ਜਿਹੜੇ ਮਸੰਦ ਪੈਸਾ ਇਕੱਠਾ ਕਰਕੇ ਲੈ ਕੇ ਆਉਂਦੇ ਸੀ, ਰਸਤਾਂ ਵਸਤਾਂ ਇਕੱਠੀਆਂ ਕਰਕੇ ਲੈ ਕੇ ਆਉਂਦੇ ਸੀ, ਆਪਣੇ ਨਾਲ ਇਹਨਾਂ ਨੂੰ ਮਸੰਦਾਂ ਨੂੰ ਵੀ ਗੰਢ ਲਿਆ ਸੀ। ਆਪਣੇ ਨਾਲ ਮਸੰਦਾਂ ਨੂੰ ਗੰਢ ਕੇ ਇਹ ਗੁਰੂ ਘਰ ਦਾ ਦਸਵੰਧ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਣ ਲੱਗ ਗਿਆ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕੋਲ ਵੀ ਖਬਰਾਂ ਪਹੁੰਚਦੀਆਂ ਨੇ। ਇਹਦਾ ਇੱਕੋ ਇੱਕ ਕਾਰਨ ਸੀ ਕਿਉਂ ਸਭ ਕੁਝ ਇਹ ਕਰ ਰਿਹਾ। ਇਹਦੀ ਮਨਸ਼ਾ ਇਹ ਸੀ ਵੀ 5ਵੀਂ ਥਾਂ ਤੇ ਗੱਦੀ ਮੈਨੂੰ ਕਿਉਂ ਨਹੀਂ ਮਿਲੀ। ਇੱਥੋਂ ਤੱਕ ਪ੍ਰਿਥੀ ਵਰਗੇ ਨੇ ਪਿੰਡ ਹੇਰਾਂ ਦੇ ਵਿੱਚ ਇੱਕ ਵੱਖਰਾ ਗ੍ਰੰਥ ਵੀ ਤਿਆਰ ਕਰਾ ਲਿਆ, ਵੱਖਰਾ ਗੁਰਦੁਆਰਾ ਵੀ ਤਿਆਰ ਕਰਾ ਲਿਆ ਸੀ। ਪਰ ਸਿੱਖ ਬੜੇ ਸੂਝਵਾਨ ਸੀ, ਬੜੇ ਸਿਆਣੇ ਸੀ, ਜਿਨ੍ਹਾਂ ਨੂੰ ਪਤਾ ਸੀ ਵੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਿੱਤੀ ਹੈ। ਬੜੀਆਂ ਚਾਲਾਂ ਚੱਲਦਾ ਰਿਹਾ, ਇੱਥੋਂ ਤੱਕ ਬਹੁਤ ਭੈੜੀਆਂ ਵਿਕਾਰ ਤੋਂ ਵਿਕਾਰ ਇਹ ਚਾਲਾਂ ਚੱਲ ਕੇ ਇਹਦਾ ਮਕਸਦ ਇਹੋ ਰਿਹਾ ਵੀ ਕਿਸੇ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਨੂੰ ਨੀਵਾਂ ਦਿਖਾਇਆ ਜਾਵੇ। ਪਰ ਸਤਿਗੁਰ ਮਹਾਰਾਜ ਦੀ ਕਿਰਪਾ ਸਦਕਾ, ਰਹਿਮਤ ਸਦਕਾ ਉਹ ਗੁਰਤਾ ਗੱਦੀ ਤੇ ਬਹਿ ਕੇ ਬਹੁਤ ਵਧੀਆ ਕੰਮ ਕਰਦੇ ਰਹੇ ਨੇ, ਪ੍ਰਬੰਧ ਸਾਂਭਦੇ ਰਹੇ ਨੇ। ਪ੍ਰਬੰਧਕੀ ਢਾਂਚਾ ਗੁਰੂ ਘਰ ਦਾ ਬੜੇ ਵਧੀਆ ਤਰੀਕੇ ਨਾਲ ਸਤਿਗੁਰ ਮਹਾਰਾਜ ਚਲਾਉਂਦੇ ਰਹੇ ਨੇ। ਇਹਨਾਂ ਮਸੰਦਾਂ ਨੂੰ ਅਤੇ ਇਤਿਆਦਿਕ ਜਿਹੜੇ ਇਹ ਲੋਕ ਸੀ ਪ੍ਰਿਥੀ ਚੰਦ ਨਾਲ ਜੁੜੇ ਹੋਏ, ਇਹਨਾਂ ਦੀ ਅਸਲੀਅਤ ਸਤਿਗੁਰ ਮਹਾਰਾਜ ਨੇ ਲੋਕਾਂ ਦੇ ਸਾਹਮਣੇ ਵੀ ਰੱਖ ਦਿੱਤੀ ਵੀ ਜੋ ਗੁਰੂ ਘਰ ਲਈ ਰਸਤਾ ਹੁੰਦੀਆਂ ਨੇ, ਪੈਸੇ ਹੁੰਦੇ ਨੇ, ਨਿੱਜੀ ਆਪਣੇ ਹਿੱਤਾਂ ਲਈ ਵਰਤਣ ਲੱਗ ਗਏ ਨੇ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੀ ਮਸੰਦ ਪ੍ਰਥਾ ਸੀ ਬੜੀ ਪਿਆਰੀ ਪ੍ਰਥਾ ਸੀ ਜੀ। ਤੁਸੀਂ ਅੱਜ ਕਿਸੇ ਨੂੰ ਮਸੰਦ ਕਹਿ ਦਿਓ ਨਾ, ਅਗਲਾ ਗੁੱਸਾ ਕਰ ਜਾਂਦਾ। ਵੈਸੇ ਮਸੰਦ ਪ੍ਰਥਾ ਗੁਰੂ ਰਾਮਦਾਸ ਮਹਾਰਾਜ ਨੇ ਚਲਾਈ ਸੀ। ਮਸੰਦ ਕੌਣ ਸੀ? ਮਸੰਦ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ। ਮਸੰਦ ਕੌਣ ਸੀ? ਮਸੰਦ ਗੁਰੂ ਘਰ ਵਾਸਤੇ ਰਸਤਾਂ ਇਕੱਠੀਆਂ ਕਰਦੇ ਸੀ, ਗੁਰੂ ਘਰ ਵਾਸਤੇ ਮਾਇਆ ਇਕੱਠੀ ਕਰਦੇ ਸੀ, ਗੁਰੂ ਘਰ ਦੀ ਇਮਾਰਤ ਬਣ ਰਹੀ ਸੀ, ਜਿਹੜੀ ਲੰਗਰ ਦੀ ਸੇਵਾ ਚੱਲ ਰਹੀ ਸੀ, ਜਿਹੜੀ ਉਹ ਦਸਵੰਧ ਨਾਲ ਚੱਲਦੀ ਸੀ। ਵੱਖਰੀ ਗੱਲ ਆ ਕਿ ਬਾਅਦ ਵਿੱਚ ਮਸੰਦ ਪ੍ਰਥਾ ਬੰਦ ਕਰਨੀ ਪੈ ਗਈ, ਪਰ ਇਹ ਪ੍ਰਥਾ ਬੜੀ ਸੋਹਣੀ ਸੀ, ਗੁਰੂ ਰਾਮਦਾਸ ਮਹਾਰਾਜ ਨੇ ਚਲਾਈ ਸੀ। ਕਿਉਂਕਿ ਕੁਝ ਮਸੰਦ ਸੀ ਜਿਹੜੇ ਉਹ ਗੁਰੂ ਘਰ ਦੀ ਮਾਇਆ ਨੂੰ ਆਪਣੇ ਹਿੱਤਾਂ ਵਾਸਤੇ ਵਰਤਣ ਲੱਗ ਗਏ, ਆਪਣੇ ਲਈ ਵਰਤਣ ਲੱਗ ਗਏ ਸੀ।
ਇਸ ਕਰਕੇ ਮਸੰਦਾਂ ਨੂੰ 10ਵੇਂ ਪਾਤਸ਼ਾਹ ਜੀ ਦੇ ਸਮੇਂ ਉਹ ਵੇਲਾ ਪੜ੍ਹਦੇ ਆ, ਸਾੜਿਆ ਵੀ ਗਿਆ ਮਸੰਦਾਂ ਨੂੰ। ਕਿਉਂ? ਕਿਉਂਕਿ ਉਹ ਗੁਰੂ ਘਰ ਲਈ ਜੋ ਮਾਇਆ ਹੁੰਦੀ ਸੀ ਆਪਣੇ ਹਿੱਤਾਂ ਲਈ ਵਰਤਦੇ ਸੀ। ਇੱਥੋਂ ਤੱਕ ਇਹੀ ਮਸੰਦਾਂ ਨੇ ਗੁਰੂ ਸਾਹਿਬ ਨੂੰ ਇਹ ਵੀ ਗੱਲ ਕਹੀ ਸੀ, ਤੁਸੀਂ ਸਰਕਾਰ ਨਾਲ ਜਾਂ ਔਰੰਗਜ਼ੇਬ ਨਾਲ ਸਮਝੌਤਾ ਕਰ ਲਓ। ਇਹ ਉਹੀ ਮਸੰਦ ਸੀ। ਪਰ ਕੁਝ ਮਸੰਦ ਬਹੁਤ ਵਧੀਆ ਸੇਵਾਵਾਂ ਕਰਦੇ ਰਹੇ ਨੇ, ਪ੍ਰਚਾਰ ਵੀ ਕਰਦੇ ਰਹੇ ਨੇ, ਕਿਉਂਕਿ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਹਿੰਦੇ ਨੇ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਮੌਜੂਦਗੀ ਦੇ ਵਿੱਚ ਸਿੱਖ ਇਕੱਤਰ ਕਰਕੇ ਸਤਿਗੁਰੂ ਬਾਬਾ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਂਦੇ ਨੇ ਅਤੇ ਪ੍ਰਿਥੀ ਚੰਦ ਵਰਗਿਆਂ ਨੂੰ ਮਹਾਰਾਜ ਸਮਝਾਉਂਦੇ ਰਹੇ ਨੇ। ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਆਪਣੇ ਵੱਡੇ ਪੁੱਤ ਨੂੰ ਸਮਝਾਉਂਦੇ ਰਹੇ ਨੇ, ਪੁੱਤਰ ਪਿਓ ਨਾਲ ਝਗੜਦੇ ਚੰਗੇ ਨਹੀਂ ਲੱਗੀਦਾ ਹੁੰਦਾ। ਪੁੱਤਰ ਪਿਓ ਨਾਲ ਝਗੜਿਆ ਨਹੀਂ ਕਰਦੇ, ਪਿਓ ਨਾਲ ਕਦੇ ਝਗੜਾ ਨਹੀਂ ਪਾਈਦਾ। ਮਹਾਰਾਜ ਆਪਣੀ ਬਾਣੀ ਦੀ ਸਮਝਾਉਂਦੇ ਰਹੇ ਨੇ। ਇਹ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਖਰਬੇ ਬੋਲ ਬੋਲਦਾ ਸੀ, ਉੱਚੇ ਬੋਲ ਜਾਂਦਾ ਸੀ, ਪਰ ਗੁਰੂ ਰਾਮਦਾਸ ਮਹਾਰਾਜ ਫਿਰ ਚੁੱਪ ਕਰ ਜਾਂਦੇ, ਕਿਉਂਕਿ ਇਹਦੀ ਮਨਸ਼ਾ ਇੱਕੋ ਇੱਕ ਸੀ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਵੀਂ ਥਾਂ ਤੇ ਗੁਰਤਾ ਗੱਦੀ ਤੇ ਬਹਿ ਜਾ। ਪਰ ਗੁਰਤਾ ਗੱਦੀ ਦੀ ਚੋਣ ਮਹਾਰਾਜ ਨੇ ਖੁਦ ਆਪ ਆਪਣੀ ਨਿਗਰਾਨੀ ਦੇ ਵਿੱਚ ਕੀਤੀ ਹੈ। ਸਰਬ ਗੁਣ ਸੰਪੰਨ ਜਿਹੜੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਬਾਬਾ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਤਖਤ ਬੈਠਾ ਅਰਜਨ ਗੁਰੂ। ਸਤਿਗੁਰੂ ਮਹਾਰਾਜ ਕਹਿੰਦੇ ਉਸ ਤਖਤ ਉੱਤੇ ਸਿੰਘਾਸਨ ਉੱਤੇ ਗੁਰੂ ਅਰਜਨ ਸਾਹਿਬ ਜੀ ਵਿਰਾਜਮਾਨ ਹੁੰਦੇ ਨੇ। ਗੁਰੂ ਕਿਰਪਾ ਕਰੇ। ਰਹਿੰਦੀ ਵਿਚਾਰ ਹੈ ਜਿਹੜੀ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਇੰਨੀ ਬੇਨਤੀ ਕਰਿਓ। ਪ੍ਰਵਾਨ ਅੰਤ ਵਿੱਚ ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।